अस्सलामुअलैकुम वरहमतुल्लाहि वबरकातुहू। जो ਹੁਸ਼ਿਆਰਪੁਰ ਦਾ ਮੁੱਦਾ ਸਾਰਿਆਂ ਦੇ ਸਾਹਮਣੇ ਹੀ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਟਾਂਡੇ ਦੇ ਵਿੱਚ ਇੱਕ ਪਿੱਛੇ ਜੇ ਜੋ ਸੁਣਿਆ ਹੋਏਗਾ ਤੁਸੀਂ ਕਿ ਇੱਕ ਜਿਹੜਾ ਧਾਰਮਿਕ ਆਸਥਾ ਦੇ ਨਾਲ ਜੁੜਿਆ ਹੋਇਆ ਮਾਮਲਾ ਸੀਗਾ ਕਿ ਗਊ ਹੱਤਿਆ ਹੋਈ ਸੀ ਉੱਥੇ, ਉਹਦੇ ਵਿਰੋਧ ਦੇ ਵਿੱਚ ਉੱਥੇ ਬੰਦ ਦਾ ਕਾਲ ਦਿੱਤੀ ਹੋਈ ਸੀ ਬੰਦ ਦੀ। ਉਹਦੇ ਵਿੱਚ ਕੁਛ ਜਿਹੜੇ ਹਿੰਦੂ ਸੰਗਠਨ ਸੀਗੇ ਉਹਨਾਂ ਵੱਲੋਂ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਸਾਰੇ ਬਾਜ਼ਾਰ ਔਰ ਜਿਹੜੇ ਸੀਗੇ ਮਾਰਕੀਟ ਵਗੈਰਾ ਔਰ ਜਿੱਥੇ ਜਿੱਥੇ ਹੋਰ ਵੀ ਜਿਹੜੀਆਂ ਸੰਸਥਾਵਾਂ ਸੀਗੀਆਂ ਉਹ ਬੰਦ ਕਰਨ ਦੇ ਉਹਨਾਂ ਨੇ ਆਗ੍ਰਹਿ ਕੀਤਾ ਸੀਗਾ, ਔਰ ਜਿਸ ਦੇ ਉੱਪਰ ਸਾਰਿਆਂ ਨੇ ਪੀਸਫੁਲ ਕਿਸੇ ਵੀ ਧਰਮ ਦੇ ਲੋਕ ਹੋਣ, ਚਾਹੇ ਹਿੰਦੂ ਮੁਸਲਿਮ ਸਿੱਖ ਈਸਾਈ, ਸਾਰਿਆਂ ਨੇ ਸਾਥ ਦਿੱਤਾ ਸੀ ਔਰ ਉਹ ਬੰਦ ਕੀਤੇ ਸੀ। ਮਗਰ ਜੋ ਮੈਡੀਕਲ ਫੈਸਿਲਿਟੀਜ਼ ਸੀਗੀ ਉਹਦੇ ਉਹ ਖੁੱਲ੍ਹੀਆਂ ਸੀ ਸਾਰੀਆਂ। ਜੋ ਪ੍ਰਧਾਨ ਵੀ ਸੀਗੇ ਉੱਥੇ ਦੇ, ਜਿਹੜਾ ਲੜਕਾ ਸ਼ਾਹਿਦ ਜਿਹਦਾ ਵੀਡੀਓ ਸਾਹਮਣੇ ਆਈ ਹੈ ਜਿਹਦੇ ਉੱਪਰ ਹਮਲਾ ਹੋਇਆ, ਉਹਦੇ ਦੱਸਣ ਦੇ ਮੁਤਾਬਿਕ ਕਿ ਉਹਦੇ ਵੱਲੋਂ ਜਿਹੜੇ ਉੱਥੇ ਦੇ ਪ੍ਰਧਾਨ ਸੀਗੇ ਹਿੰਦੂ ਸੰਗਠਨਾਂ ਦੇ, ਉਹਨਾਂ ਨਾਲ ਗੱਲ ਹੋਈ ਸੀਗੀ ਕਿ ਕੀ ਉਹ ਸ਼ਾਪ ਖੋਲ੍ਹ ਸਕਦਾ, ਕਿਉਂਕਿ ਉਹਦਾ ਕਲੀਨਿਕ ਸੀਗਾ ਉੱਥੇ। ਤਾਂ ਉਹਨਾਂ ਨੇ ਕਿਹਾ ਕਿ ਹਾਂਜੀ, ਜੋ ਮੈਡੀਕਲ ਫੈਸਿਲਿਟੀਜ਼ ਪ੍ਰੋਵਾਈਡ ਕਰਵਾਉਂਦੇ ਨੇ ਉਹ ਸਾਰੇ ਇੰਸਟੀਚਿਊਟਸ ਉਹ ਖੋਲ੍ਹ ਸਕਦੇ ਨੇ। ਤਾਂ ਉਹਨੇ ਵੀ ਆਪਣਾ ਕਲੀਨਿਕ ਉਸ ਦਿਨ ਖੋਲ੍ਹਿਆ ਹੋਇਆ ਸੀ। ਬਟ ਕੁਝ ਸ਼ਰਾਰਤੀ ਬੰਦਿਆਂ ਵੱਲੋਂ ਉੱਥੇ ਪਹੁੰਚ ਕੇ ਸ਼ਾਹਿਦ ਨਾਮ ਦੇ ਲੜਕੇ ਦੇ ਨਾਲ ਕੁੱਟਮਾਰ ਕੀਤੀ ਗਈ, ਉਹਨੂੰ ਜ਼ਖਮੀ ਕੀਤਾ ਗਿਆ, ਜਿਸ ਦੀ ਵੀਡੀਓ ਵੀ ਤੁਸੀਂ ਦੇਖੀ ਹੋਏਗੀ। ਔਰ ਉਹਦੇ ਬਾਬਤ ਇੱਕ ਕੰਪਲੇਂਟ ਉਸ ਦਿਨ ਜਦੋਂ ਮੇਰੇ ਨਾਲ ਗੱਲ ਹੋਈ ਸੀ ਤਾਂ ਇੱਕ ਕੰਪਲੇਂਟ ਦਿੱਤੀ ਸੀ, FIR ਨੰਬਰ 64 ਉਹਦੇ 'ਚ ਦਰਜ ਹੋ ਚੁੱਕੀ ਹੈ। ਜਿਹੜਾ ਉਹਦੇ ਸੈਕਸ਼ਨ 452 323 ਵਗੈਰਾ ਉਹਦੇ ਵਿੱਚ ਲੱਗੇ ਨੇ ਜਿਹੜੇ ਸੈਕਸ਼ਨ ਨੇ IPC ਦੇ। ਉਸ ਤੋਂ ਬਾਅਦ ਇੱਕ ਹੋਰ ਜਿਹੜੀ ਵੀਡੀਓ ਤੁਸੀਂ ਦੇਖੀ ਹੈ, ਜੋ ਜਾਮਾ ਮਸਜਿਦ ਹੁਸ਼ਿਆਰਪੁਰ ਦੇ ਸਾਹਮਣੇ ਖੜ੍ਹੇ ਹੋ ਕੇ ਕੁਛ ਅਸਮਾਜਿਕ ਤੱਤਵ ਕਹੂੰਗਾ ਮੈਂ ਉਹਨਾਂ ਨੂੰ, ਕਿਉਂਕਿ ਜਿਹੜੇ ਲੋਕ ਸਮਾਜ ਨੂੰ ਤੋੜਨ ਦੀ ਕੋਸ਼ਿਸ਼ ਕਰਨ ਤਾਂ ਉਹਨਾਂ ਨੂੰ ਅਸਮਾਜਿਕ ਤੱਤਵ ਹੀ ਕਿਹਾ ਜਾਂਦਾ ਹੈ। ਕਿ ਉਹ ਸ਼ਰਾਰਤੀ ਲੋਕਾਂ ਦੇ ਦੁਆਰਾ ਉੱਥੇ ਖੜ੍ਹੇ ਹੋ ਕੇ ਇਹ ਲਲਕਾਰੇ ਮਾਰੇ ਗਏ ਕਿ ਇੱਥੇ ਬਾਹਰ ਅਸੀਂ ਅੱਲਾਹੁ ਅਕਬਰ ਦਾ ਨਾਅਰਾ ਨਹੀਂ ਮਾਰਨ ਦੇਣਾ। ਤਾਂ ਉਸ ਤੋਂ ਬਾਅਦ ਜਦੋਂ ਵੀਡੀਓ ਵਾਇਰਲ ਹੋਈ ਤਾਂ ਉੱਥੇ ਦੇ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਸੀਗੇ ਹੁਸ਼ਿਆਰਪੁਰ ਦੇ, ਉਹਨਾਂ ਵੱਲੋਂ ਇੱਕ ਹੋਰ ਦਰਖਾਸਤ ਜਦੋਂ ਅਸੀਂ ਰਾਬਤਾ ਕੀਤਾ ਉਹਨਾਂ ਨਾਲ, ਅਤੇ ਜਿਹੜੀ ਸਿੱਖ ਜਥੇਬੰਦੀਆਂ ਸੀਗੀਆਂ ਉੱਥੇ, ਸਿੱਖ ਦਲਿਤ ਈਸਾਈ ਔਰ ਮੁਸਲਿਮ ਫਰੰਟ ਇੱਕ ਉੱਥੇ ਬਣਿਆ, ਔਰ ਉਹਨਾਂ ਨਾਲ ਜਦੋਂ ਰਾਬਤਾ ਹੋਇਆ ਤਾਂ ਉਹਨਾਂ ਵੱਲੋਂ ਇੱਕ ਐਪਲੀਕੇਸ਼ਨ ਵੀ ਉੱਥੇ ਕੰਪਲੇਂਟ ਜਿਹੜੀ ਹੈ SSP ਸਾਹਿਬ ਦੇ ਪਾਸ ਦਿੱਤੀ ਗਈ ਹੈ। ਮਗਰ ਉੱਥੇ SSP ਸਾਹਿਬ ਵੱਲੋਂ ਉਸ ਦਰਖਾਸਤ ਨੂੰ DA ਲੀਗਲ ਦੇ ਓਪੀਨੀਅਨ ਵਾਸਤੇ ਭੇਜ ਦਿੱਤਾ ਗਿਆ, ਜੋ ਕਿ ਸਰਾਸਰ ਦਿਖਾ ਰਿਹਾ, ਜ਼ਾਹਰ ਕਰ ਰਿਹਾ ਹੈ ਕਿ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਕਿਉਂਕਿ ਇੱਕ IPS ਆਫੀਸਰ ਨੂੰ ਬਿਲਕੁਲ ਸੋ ਮੋਟੋ ਐਕਸ਼ਨ ਲੈਣਾ ਬਣਦਾ ਸੀ। ਉਹਨਾਂ ਨੂੰ ਸਾਰਾ ਕੁਝ ਪਤਾ ਕਿ IPC ਦੇ ਕਿਹੜੇ ਸੈਕਸ਼ਨ ਉਹਨਾਂ ਦੇ ਖਿਲਾਫ ਬੰਦਿਆਂ ਦੇ ਲੱਗਦੇ ਸੀਗੇ। ਇਮੀਡੀਏਟਲੀ ਪਰਚਾ ਦਰਜ ਹੋਣਾ ਬਣਦਾ ਸੀ, ਮਗਰ ਉਹ ਨਹੀਂ ਕੀਤਾ ਗਿਆ। ਅਤੇ ਹੁਣ ਜਿਹੜੀਆਂ ਖਬਰਾਂ ਉੱਥੋਂ ਆ ਰਹੀਆਂ ਨੇ, ਅੱਜ ਜੋ ਪਤਾ ਲੱਗਿਆ, ਕਿਉਂਕਿ ਜਦੋਂ ਅਸੀਂ ਉੱਥੇ ਪਹੁੰਚੇ ਸੀਗੇ ਔਰ ਉੱਥੇ ਅਸੀਂ ਐਲਾਨ ਕੀਤਾ ਸੀ ਕਿ ਅਗਰ ਪਰਚਾ ਨਹੀਂ ਦਰਜ ਕੀਤਾ ਜਾਂਦਾ ਤਾਂ ਅਸੀਂ ਜੁਮੇ ਵਾਲੇ ਦਿਨ ਕਾਲ ਦੇਵਾਂਗੇ, ਅਸੀਂ ਸਾਰੇ ਇੱਥੇ ਇਕੱਠੇ ਹੋ ਕੇ ਜੋ ਵੀ ਹੋਏਗਾ ਪ੍ਰੋਟੈਸਟ ਇੱਕ ਪੰਜਾਬ ਲੈਵਲ ਦਾ ਇਨਸ਼ਾਅੱਲਾ ਵੀ ਅਸੀਂ ਉੱਥੇ ਕਰੀਏ। ਮਗਰ ਅਸੀਂ ਇਹ ਵੀ ਕਿਹਾ ਸੀ ਵੀ ਜੇ ਪਰਚਾ ਦਰਜ ਹੋ ਜਾਂਦਾ ਫਿਰ ਉਹ ਅਸੀਂ ਕੈਂਸਲ ਕਰਾਂਗੇ। ਮਗਰ ਜੋ ਅੱਜ ਸਾਨੂੰ ਪਤਾ ਲੱਗਿਆ ਕਿ ਉੱਥੇ ਜਿਹੜੇ ਕੁਛ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਨੇ ਔਰ ਕੁਛ ਇੰਡਸਟਰੀਲਿਸਟ ਨੇ ਜਿਹੜੇ ਮੁਸਲਿਮ ਭਾਈਚਾਰੇ ਦੇ ਨਾਲ ਰਿਲੇਟਿਡ, ਤਾਂ ਉਹ ਬੰਦਿਆਂ ਵੱਲੋਂ ਪ੍ਰੈਸ਼ਰ ਦੇ ਵਿੱਚ ਆ ਕੇ ਜਾਂ ਉਹਨਾਂ ਨੂੰ ਆਪਣੇ ਕੋਈ ਨਿੱਜੀ ਮੁਫਾਦ ਦੇ ਵਿੱਚ ਆ ਕੇ, ਮੈਨੂੰ ਨਹੀਂ ਪਤਾ ਕਿਸ ਵਜ੍ਹਾ ਕਰਕੇ, ਮਗਰ ਉੱਥੇ ਦੇ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਇਸ ਮੁੱਦੇ ਨੂੰ ਚੱਕਿਆ ਸੀ, ਜਿਨ੍ਹਾਂ ਨੇ, ਉਹਨਾਂ ਵੱਲੋਂ ਜੋ ਇਨਫੋਰਮੇਸ਼ਨ ਮਿਲੀ ਹੈ ਕਿ ਉਹ 1-2 ਬੰਦਿਆਂ ਵੱਲੋਂ ਉਹਨਾਂ ਨੇ ਇਹ ਲਿਖਵਾ ਲਿਆ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਜੋ ਇਹਨਾਂ ਨੇ ਨਾਅਰੇ ਮਾਰੇ ਨੇ ਕਿ ਸਾਡਾ ਸਮਝੌਤਾ ਹੈ। ਮਗਰ ਮੈਂ ਪ੍ਰਸ਼ਾਸਨ ਨੂੰ ਵੀ ਇਹ ਮੰਗ ਕਰਦਾ ਔਰ ਸਰਕਾਰ ਨੂੰ ਵੀ ਇਹ ਮੰਗ ਕਰਦਾ ਵੀ ਜਿਹੜੇ ਕੋਗਨੀਜ਼ੇਬਲ ਅਫੈਂਸ ਨੇ ਇਹਦੇ ਵਿੱਚ ਤਾਂ ਤੁਹਾਨੂੰ ਦਰਖਾਸਤ ਲੈਣ ਦੀ ਵੀ ਜ਼ਰੂਰਤ ਨਹੀਂ ਸੀ, ਤੁਸੀਂ ਆਪ ਹੀ ਪਰਚਾ ਉਹਨਾਂ ਦੇ ਖਿਲਾਫ ਪੁਲਿਸ ਵੱਲੋਂ ਹੀ ਦਰਜ ਕੀਤਾ ਜਾਂਦਾ। ਮਗਰ ਅਫਸੋਸ ਇਸ ਗੱਲ ਦਾ ਕਿ ਪੁਲਿਸ ਉੱਥੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਔਰ ਜਿਹੜੇ ਬੰਦਿਆਂ ਵੱਲੋਂ ਉੱਥੇ ਅਸੀਂ ਕਿਸੇ ਦੇ ਨਾਲ ਕੋਈ ਇਲੀਗਲ ਕੋਈ ਵੀ ਕੰਮ ਨਹੀਂ, ਕੋਈ ਵੀ ਉੱਥੇ ਦੇ ਜਿਹੜੇ ਬਸ਼ਿੰਦੇ ਨੇ ਮੁਸਲਿਮ ਭਾਈਚਾਰੇ ਦੇ, ਕੋਈ ਗੈਰ ਕਾਨੂੰਨੀ ਜਾਂ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਕੰਮ ਨਹੀਂ ਕਰ ਰਿਹਾ, ਬਿਲਕੁਲ ਲੀਗਲ ਵੇ ਦੇ ਵਿੱਚ ਰਹਿ ਕੇ ਜੋ ਸਾਡੇ ਰਾਈਟ ਨੇ, ਜੋ ਸਾਡੇ ਫੰਡਾਮੈਂਟਲ ਰਾਈਟ ਹੈ ਸਾਡਾ ਇੱਕ ਕਿ ਪ੍ਰੋਟੈਸਟ ਕਰਨਾ
और जो साडा अपने ख्यालात का इजहार करना, तो और जो उन्होंने अटैक किया जिस चीज़ नू आर्टिकल 25 ਉਹਨੂੰ ਪ੍ਰੋਟੈਕਟ ਕਰਨਾ, ਇਹ ਸਾਡਾ ਰਾਈਟ ਹੈ। ਬਿਲਕੁਲ ਉੱਥੇ ਦੇ ਜਿਹੜੇ ਉਹ ਮੁਸਲਿਮ ਭਾਈਚਾਰੇ ਦੇ ਲੋਕ ਨੇ ਉਹਨਾਂ ਵੱਲੋਂ ਪ੍ਰੋਟੈਸਟ ਵੀ ਕਰਨ ਦੇ ਵਾਸਤੇ ਉੱਥੇ ਕਾਲ ਦਿੱਤੀ ਗਈ ਸੀ, ਮਗਰ ਇਹਨਾਂ ਵੱਲੋਂ ਉਸ ਦਿਨ ਤਿਉਹਾਰ ਹੋਣ ਕਰਕੇ ਪ੍ਰਸ਼ਾਸਨ ਵੱਲੋਂ ਬੁਲਾ ਕੇ ਇਹਨਾਂ ਨੂੰ ਸਮਝਾਇਆ ਗਿਆ ਕਿ ਤੁਸੀਂ ਪ੍ਰੋਟੈਸਟ ਨਾ ਕਰੋ, ਵੀ ਅਸੀਂ ਪਰਚਾ ਦਰਜ ਕਰ ਦਾਂਗੇ। ਮਗਰ ਹਾਲੇ ਤੱਕ ਜਿਹੜਾ ਪਰਚਾ ਦਰਜ ਨਹੀਂ ਕੀਤਾ ਗਿਆ, ਤਾਂ ਮੈਂ ਬਿਲਕੁਲ ਸਰਕਾਰ ਔਰ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਾਣ-ਬੁੱਝ ਕੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਔਰ ਜਿਨ੍ਹਾਂ ਦੇ ਉੱਪਰ ਆਪਣੇ ਆਪ ਤੁਸੀਂ ਪਰਚਾ ਦੇਣਾ ਬਣਦਾ ਸੀਗਾ, ਉੱਥੇ ਕੰਪਲੇਂਟ ਦੇਣ ਦੇ ਬਾਵਜੂਦ ਵੀ ਤੁਸੀਂ ਪਰਚਾ ਨਹੀਂ ਦਿੱਤਾ। ਕੋਈ ਉੱਥੇ ਬੰਦਾ ਕਾਨੂੰਨ ਤੋਂ ਬਾਹਰ ਹੋ ਕੇ ਗੱਲ ਨਹੀਂ ਕਰ ਰਿਹਾ। ਅਸੀਂ ਕਾਨੂੰਨ ਦੇ ਦਾਇਰੇ 'ਚ ਹੀ ਰਹਿਣਾ ਚਾਹੁੰਦੇ ਹਾਂ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੀ ਅਸੀਂ ਜੋ ਕਾਨੂੰਨੀ ਕਾਰਵਾਈ ਹੈ ਉਹ ਕਰਵਾਉਣਾ ਚਾਹੁੰਦੇ ਹਾਂ। ਮਗਰ ਜਦੋਂ ਕਾਨੂੰਨ ਦੀ ਜੋ ਸੁਰੱਖਿਆ ਦੇ ਲਈ ਉੱਥੇ ਜਿਹੜੇ ਨੁਮਾਇੰਦੇ ਨੇ, ਜਿਹੜੇ ਪੁਲਿਸ ਅਫਸਰ ਨੇ, ਜਦੋਂ ਉਹੀ ਦੋਸ਼ੀਆਂ ਨੂੰ ਬਚਾਉਣ ਲੱਗ ਜਾਣ ਤਾਂ ਫਿਰ ਉੱਥੇ ਕੋਈ ਕੀ ਕਰ ਸਕਦਾ। ਇੱਕ ਦੋ ਬੰਦਿਆਂ ਵੱਲੋਂ ਅਗਰ ਉੱਥੇ ਕੋਈ ਸਮਝੌਤਾ ਉਹਨਾਂ ਨੂੰ ਲਿਖ ਕੇ ਦੇ ਵੀ ਦਿੱਤਾ ਗਿਆ ਪ੍ਰੈਸ਼ਰ ਪਾ ਕੇ, ਜਾਂ ਉਹਨਾਂ ਦੀ ਕੋਈ ਆਪਣੀ ਉਹਨਾਂ ਦੇ ਨਾਲ ਕੋਈ ਸਾਂਝ ਹੈ, ਜਾਂ ਕੋਈ ਕਿਸੇ ਵੀ ਤਰੀਕੇ ਦਾ ਦੋਸ਼ੀਆਂ ਦੇ ਨਾਲ ਉਹਨਾਂ ਨੇ ਵੀ ਕੋਈ ਮਿਲੀ ਭੁਗਤ ਕੀਤੀ ਹੈ, ਕੋਈ ਉਹਨਾਂ ਨੇ ਲਿਖਵਾਇਆ ਵੀ ਹੈ, ਤਾਂ ਇਟ ਡਜ਼ਨਟ ਮੀਨ ਕਿ ਤੁਸੀਂ ਹੋਰ ਜਿਹੜੇ ਮੁਸਲਿਮ ਭਾਈਚਾਰੇ ਦੇ ਬੰਦੇ ਨੇ ਕਿ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਹਰਟ ਹੋਈਆਂ ਨੇ, ਜੋ ਸੈਂਟੀਮੈਂਟਸ ਹਰਟ ਹੋਏ ਨੇ, ਮਸਜਿਦ ਦੇ ਬਾਹਰ ਖੜ੍ਹ ਕੇ ਜਿਹੜੇ ਸ਼ਰਾਰਤੀ ਬੰਦਿਆਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇੱਥੇ ਅਸੀਂ ਅੱਲਾਹੁ ਅਕਬਰ ਨਹੀਂ ਕਹਿਣ ਦੇਣਾ, ਤਾਂ ਉਹ ਚੀਜ਼ਾਂ ਦੇ ਨਾਲ ਜੋ ਸਾਡੀਆਂ ਧਾਰਮਿਕ ਭਾਵਨਾਵਾਂ ਆਹਤ ਹੋਈਆਂ ਨੇ, ਉਹ ਸਾਰਿਆਂ ਵੱਲੋਂ ਨਹੀਂ ਕੋਈ ਸਮਝੌਤਾ ਕਰ ਸਕਦਾ। ਉਹ ਹਰ ਬੰਦੇ ਦਾ ਇੰਡੀਵਿਜੂਅਲੀ ਰਾਈਟ ਹੈ ਕਿ ਉਹ ਬੰਦਾ ਉੱਥੇ ਕੰਪਲੇਂਟ ਦੇ ਕੇ ਪਰਚਾ ਦਰਜ ਕਰਵਾ ਸਕਦਾ, ਔਰ ਤੁਹਾਨੂੰ ਇਹ ਪਰਚਾ ਦਰਜ ਕਰਨਾ ਹੀ ਪੈਣਾ, ਕਿਉਂਕਿ ਬਿਲਕੁਲ ਸ਼ਰੇਆਮ ਜਿਹੜਾ ਐਵੀਡੈਂਸ ਹੈ ਉਸ ਤੁਹਾਡੇ ਸਾਹਮਣੇ ਹੈ। ਕਿਵੇਂ ਵੀਡੀਓ ਉਹਨਾਂ ਵੱਲੋਂ ਬਣਾ ਕੇ ਉੱਥੇ ਵਾਇਰਲ ਕੀਤੀ ਗਈ ਹੈ, ਕਿਵੇਂ ਧਮਕੀਆਂ ਦਿੱਤੀਆਂ ਗਈਆਂ ਨੇ, ਉਹ ਸਾਰਾ ਕੁਝ ਪ੍ਰਸ਼ਾਸਨ ਦੇ ਸਾਹਮਣੇ ਹੈ। ਜੇ ਪਰਚਾ ਹਾਲੇ ਵੀ ਨਹੀਂ ਦਰਜ ਹੁੰਦਾ ਉਹਨਾਂ ਦੇ ਖਿਲਾਫ, ਸ਼ਰਾਰਤੀ ਬੰਦਿਆਂ ਦੇ ਖਿਲਾਫ, ਤਾਂ ਸਾਨੂੰ ਇਹ ਸੋਚਣ ਦੇ ਲਈ ਮਜਬੂਰ ਹੋਣਾ ਪਏਗਾ ਕਿ ਸਾਡੇ ਲਈ ਕਾਨੂੰਨ ਹੋਰ ਔਰ ਉਹਨਾਂ ਲਈ ਹੋਰ ਹੈ। ਜਦ ਕਿ ਇਕੁਐਲਿਟੀ ਬਿਫੋਰ ਲਾਅ, ਇਹ ਵੀ ਸੰਵਿਧਾਨ ਕਹਿੰਦਾ, ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਨੇ। ਅਸੀਂ ਇਹੀ ਮੰਗ ਕਰਦੇ ਹਾਂ, ਸ਼ੁਰੂ ਤੋਂ ਇਹੀ ਮੰਗ ਕੀਤੀ ਹੈ ਕਿ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜੋ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਕਰਵਾਈਏ। ਪ੍ਰਸ਼ਾਸਨ ਦਾ ਫਰਜ਼ ਬਣਦਾ ਕਿ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰੇ। ਜੋ ਕਾਲ ਜਿਹੜੇ ਉੱਥੇ ਦੇ ਮੁਸਲਿਮ ਭਾਈਚਾਰਾ ਉਹਦੇ ਵੱਲੋਂ ਦਿੱਤੀ ਗਈ ਸੀ ਕਿ ਅਗਰ ਪਰਚਾ ਨਹੀਂ ਦਰਜ ਹੁੰਦਾ ਤਾਂ ਜੁਮੇ ਵਾਲੇ ਦਿਨ ਉੱਥੇ ਪਹੁੰਚਿਆ ਜਾਵੇ। ਇਨਸ਼ਾ ਅੱਲਾ ਅਸੀਂ ਇਹਦੇ ਬਾਰੇ ਸਾਰਾ ਉੱਥੇ ਕੀ ਹਾਲਾਤ ਨੇ, ਜੁਮੇ ਰਾਤ ਨੂੰ ਸ਼ਾਮ ਨੂੰ 8 ਵਜੇ ਅਸੀਂ ਉਹਦੇ ਬਾਰੇ ਜਿਹੜਾ ਹੈਗਾ ਮੁਸਲਿਮ ਫੈਡਰੇਸ਼ਨ ਪੰਜਾਬ ਦੇ ਪੇਜ ਦੇ ਉੱਪਰ ਜੋ ਵੀ ਉੱਥੇ ਦੀ ਸਿਚੁਏਸ਼ਨ ਹੋਊਗੀ, ਵੈਸੇ ਤਾਂ ਅਸੀਂ ਮੈਂ ਪਹਿਲਾਂ ਉੱਥੇ ਇਹੀ ਗੱਲ ਕਹੀ ਸੀ, ਇਹੀ ਰਿਕੁਐਸਟ ਕੀਤੀ ਸੀ ਕਿ ਤੁਹਾਡਾ ਇੱਥੇ ਦਾ ਮਾਮਲਾ ਤੁਸੀਂ ਪ੍ਰਸ਼ਾਸਨ ਪਰਚਾ ਦਰਜ ਕਰ ਦੇਊਗਾ, ਸਾਨੂੰ ਕਿਸੇ ਨੂੰ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ। ਉੱਥੇ ਦੇ ਜਿਹੜੀਆਂ ਮੁਸਲਿਮ, ਸਿੱਖ, ਦਲਿਤ, ਈਸਾਈ ਜਥੇਬੰਦੀ ਹੈ ਉਹਨਾਂ ਨੂੰ ਵੀ ਅਸੀਂ ਇਹੀ ਰਿਕੁਐਸਟ ਕੀਤੀ ਸੀ ਕਿ ਤੁਸੀਂ ਜੋ ਪ੍ਰੋਟੈਸਟ ਕਰ ਰਹੇ ਹੋ ਤਾਂ ਉਹਦੇ ਵਿੱਚ ਅਸੀਂ ਕੋਈ ਵੀ ਬੰਦਾ ਸ਼ਾਮਿਲ ਨਹੀਂ ਹੋਊਗਾ। ਮਗਰ ਜੇ ਇਹ ਚਾਲਾਂ ਚੱਲੀਆਂ ਜਾਣਗੀਆਂ ਕਿ ਇੱਕ ਦੋ ਬੰਦੇ ਖੜ੍ਹੇ ਕਰਕੇ ਤੁਸੀਂ ਕਹਿ ਦੋਗੇ ਕਿ ਹਾਂਜੀ ਸਾਡਾ ਸਮਝੌਤਾ ਹੋ ਗਿਆ, ਸਾਡਾ ਇੱਦਾਂ ਤੁਸੀਂ ਇਹ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਜਾਂ ਉਹਨਾਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋਗੇ, ਫਿਰ ਇਨਸ਼ਾ ਅੱਲਾ ਸਾਨੂੰ ਉੱਥੇ ਜਾਣਾ ਪਏਗਾ, ਉੱਥੇ ਹੁਸ਼ਿਆਰਪੁਰ। ਔਰ ਉਹਦੇ ਬਾਬਤ ਇਨਸ਼ਾ ਅੱਲਾ ਜੁਮੇ ਰਾਤ ਨੂੰ ਸ਼ਾਮ ਨੂੰ 8 ਵਜੇ ਅਸੀਂ ਜੋ ਵੀ ਉੱਥੇ ਦੀ ਸਿਚੁਏਸ਼ਨ ਹੋਏਗੀ, ਅਗਰ ਉੱਥੇ ਪਰਚਾ ਦਰਜ ਹੁੰਦਾ ਤਾਂ ਫਿਰ ਉਹ ਬਿਲਕੁਲ ਕਾਲ ਉੱਥੇ ਕੈਂਸਲ ਹੋਏਗੀ, ਠੀਕ ਹੈ, ਉੱਥੇ ਕੋਈ ਨਹੀਂ ਜਾਏਗਾ ਔਰ ਉੱਥੇ ਦੇ ਜਿਹੜਾ ਮੁਸਲਿਮ ਭਾਈਚਾਰਾ ਉੱਥੇ ਆਪਣੇ ਆਪ ਹੈਂਡਲ ਕਰੇਗਾ ਇਨਸ਼ਾ ਅੱਲਾ। ਮਗਰ ਜੇਕਰ ਨਹੀਂ ਮਸਲਾ ਹੱਲ ਕਰਦੇ ਹੈ, ਨਹੀਂ ਪ੍ਰਸ਼ਾਸਨ ਉਹਦੇ ਵਿੱਚ ਮਾਮਲਾ ਦਰਜ ਕਰਦੇ ਦੋਸ਼ੀਆਂ ਦੇ ਖਿਲਾਫ ਜਿਨ੍ਹਾਂ ਨੇ ਮਸਜਿਦ ਦੇ ਸਾਹਮਣੇ ਖੜ੍ਹ ਕੇ ਧਮਕਾਇਆ ਔਰ ਅੱਲਾਹੁ ਅਕਬਰ ਦੇ ਖਿਲਾਫ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਅਸੀਂ ਅੱਲਾਹੁ ਅਕਬਰ ਕਹਿਣ ਨਹੀਂ ਦੇਣਾ, ਇਹ ਜਿਹੜੇ ਅਲਫਾਜ਼ ਬੋਲੇ ਗਏ ਨੇ, ਤਾਂ ਇਹਦੇ ਬਾਬਤ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿੰਦੇ ਹੋਏ ਉੱਥੇ ਅਸੀਂ ਜੋ ਇੱਕ ਪੀਸਫੁਲ ਪ੍ਰੋਟੈਸਟ ਹੋਏਗਾ ਹੁਸ਼ਿਆਰਪੁਰ ਦੇ ਵਿੱਚ ਜੁਮੇ ਦੀ ਨਮਾਜ਼ ਤੋਂ ਬਾਅਦ, ਉਹਦੇ ਵਿੱਚ ਅਸੀਂ ਮਲੇਰਕੋਟਲਾ ਤੋਂ ਇਨਸ਼ਾ ਅੱਲਾ ਫਿਰ ਅਸੀਂ ਜ਼ਰੂਰ ਸ਼ਾਮਿਲ ਹੋਵਾਂਗੇ। ਸ਼ਾਮ ਨੂੰ 8 ਵਜੇ ਅਸੀਂ ਜੋ ਵੀ ਉੱਥੇ ਦੀ ਅਪਡੇਟ ਹੋਏਗੀ ਉਹਦੇ ਬਾਰੇ ਤਾਜ਼ਾ ਵਿਚਾਰ ਕਰਕੇ ਹੋਰ ਵੀ ਜਿਹੜੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਸਾਡੇ ਮੁਸਲਿਮ ਭਾਈਚਾਰੇ ਦੇ ਨੁਮਾਇੰਦੇ ਨੇ ਉਹਨਾਂ ਨਾਲ ਵੀ 2-4 ਬੰਦਿਆਂ ਨਾਲ ਮਸ਼ਵਰਾ ਕਰਕੇ ਉਸ ਤੋਂ ਬਾਅਦ ਜੋ ਫਾਈਨਲ ਹੋਏਗਾ ਇਨਸ਼ਾ ਅੱਲਾ ਮੁਸਲਿਮ ਫੈਡਰੇਸ਼ਨ ਪੰਜਾਬ ਦੇ ਪੇਜ ਦੇ ਉੱਪਰ ਉਹ ਜਿਹੜੀ ਹੈਗੀ ਅਪਡੇਟ ਅਸੀਂ ਜ਼ਰੂਰ ਦੇਵਾਂਗੇ ਇਨਸ਼ਾ ਅੱਲਾ।
अस्सलामु अलैकुम वरहमतुल्लाहि वबरकातुहू।